ਹੁਣ ਜੀ ਅਦਬ ਸਮੁੰਦਰ ਦਾ ਸਾਡਾ ਦੂਜਾ ਜਿਹੜਾ ਪਾਰਟ ਹੈ ਪੰਜਾਬੀ ਸ਼ਾਇਰੀ ਦਾ ਜਦੀਦ ਰੰਗ, ਉਹਦੇ ਵਿੱਚ ਸਾਡੇ ਕੋਲ ਜਦੀਦ ਪੰਜਾਬੀ ਸ਼ਾਇਰਾਂ ਬਾਰੇ ਗੱਲ ਕੀਤੀ ਹੈ ਡਾਕਟਰ ਅਸਮਤੁੱਲਾ ਜ਼ਾਹਿਦ ਨੇ। ਪਹਿਲਾ ਟੌਪਿਕ ਆਉਂਦਾ ਜੀ ਸ਼ਾਇਰੀ ਦੀ ਜਦੀਦ ਸ਼ਾਇਰੀ ਰੰਗ ਵਿੱਚ ਸ਼ਰੀਫ ਪੰਜਾਹੀ ਦਾ। ਉਹਨਾਂ ਬਾਰੇ ਲਿਖਿਆ ਜੀ ਇਹਨੂੰ ਪੰਜਾਬੀ ਨਜ਼ਮ ਵਿੱਚ ਜਦੀਦ ਰੁਝਾਨਾਤ ਦਾ ਆਗੂ ਕਿਹਾ ਹੈ ਤੇ ਪਹਿਲੀ ਤੇ ਦੂਜੀ ਆਲਮੀ ਜੰਗ ਪਾਰੂ ਆਏ ਨਵੇਂ ਮਹਾਰ ਯਾਨੀ ਕਿ ਟ੍ਰੈਂਡਸ ਨਾਲ ਸ਼ਰੀਫ ਪੰਜਾਹੀ ਦੇ ਜਗਰਾਤੇ ਦਾ ਵੇਰਵਾ ਕਰਕੇ ਉਹਦੀਆਂ 1938 ਤੋਂ ਲੈ ਕੇ 1940 ਤੱਕ ਦੀਆਂ ਨਜ਼ਮਾਂ ਪੇਸ਼ ਕੀਤੀਆਂ ਨੇ। ਉਹ ਨਜ਼ਮਾਂ ਇਹਨਾਂ ਨੇ ਆਪਣੇ ਅਦਬ ਸਮੁੰਦਰ ਵਿੱਚ ਪੇਸ਼ ਕੀਤੀਆਂ ਨੇ। ਠੀਕ ਹੈ। ਮੌਲਾ ਖੈਰ ਗੁਜ਼ਾਰੇ, ਜੰਗਾਂ ਮੁੜ ਛਿੜੀਆਂ ਕਿ ਛਿੜੀਆਂ, ਵਿੱਚ ਜੰਗਾਂ ਦਾ ਖੌਫ ਤੇ ਕੌਂਤ ਮੇਰਾ ਘਰ ਆਇਆ, ਲੰਮੀਆਂ ਸਿਆਲੀ ਰਾਤਾਂ, ਨੀਂਦਰੇ ਤੇ ਉਡੀਕ ਵਿੱਚ ਔਰਤਾਂ ਤੇ ਜੰਗਾਂ ਪਾਰੂ ਜੋ ਬੀਤੀ ਉਹਦਾ ਜ਼ਿਕਰ ਕਰਦੇ ਸਿਆ। ਫਿਰ ਖੇਡਲੇ ਵਿੱਚ ਧੀ ਦਾ ਜ਼ਿਕਰ ਕਰਦੇ ਨੂੰ। ਅੱਛਾ, ਉਹ ਸਾਰੀਆਂ ਨਜ਼ਮਾਂ ਦਾ ਜ਼ਿਕਰ ਹੋ ਰਿਹਾ ਜਿਹੜਾ ਸ਼ਰੀਫ ਪੰਜਾਹੀ ਦੀ ਜਗਰਾਤੇ ਜਿਹੜਾ ਇਹਨਾਂ ਦਾ ਕਿਤਾਬ ਹੈ ਉਹਦੇ ਵਿੱਚ ਉਹਨਾਂ ਦਾ ਜਿਹੜਾ ਮਜਮੂਆ ਹੈ ਜਗਰਾਤੇ ਦਾ, ਉਹਦੇ ਬਾਰੇ ਜ਼ਿਕਰ ਕੀਤਾ ਹੈ। ਠੀਕ ਹੈ। ਵੈਸੇ ਤੇ ਸ਼ਰੀਫ ਪੰਜਾਹੀ ਦਾ ਸਾਡੇ ਕੋਲ ਜਿਹੜਾ ਹੈ ਉਹ ਜਾਤੀਆਂ ਹੈ ਨਾ, ਤਨਕੀਦੀ ਕਿਤਾਬ ਹੈ, ਪਰ ਜਗਰਾਤੇ ਜਿਹੜਾ ਹੈ ਨਾ ਸ਼ਾਇਰੀ ਦਾ ਮਜਮੂਆ, ਉਸ ਬਾਰੇ ਇਹਨਾਂ ਨੇ ਜ਼ਿਕਰ ਕੀਤਾ ਹੈ। ਠੀਕ ਹੈ। ਖੇਡਲੇ ਵਿੱਚ ਧੀ ਦਾ ਜ਼ਿਕਰ ਕੀਤਾ ਇਹਨਾਂ ਨੇ ਤੇ ਸੋਚਣਾ ਫਲ ਕਿਉਂ ਕੰਡੇ ਹੋਏ, ਵਾਹਗਾ ਪਾਰ ਵਹਿੰਦੇ ਸਜਨ ਦੇ ਨਾਂ, ਇੱਕ ਖਤ ਵਿੱਚ ਸਮਾਜ ਦੀਆਂ ਕਦਰਾਂ ਦਾ ਮੁਹਾਂਦਰਾ ਅੰਮ੍ਰਿਤਾ ਪ੍ਰੀਤਮ ਤੇ ਅਹਿਮਦ ਰਾਏ ਵਾਂਗਰ ਵਿਖਾਇਆ ਹੈ। ਤੇ ਮੇਰੇ ਬੋਲ ਓਲੇ ਡੂੰਘੇ ਵੈਨ ਲਾਹੌਰ ਲਾਹੌਰ ਹੈ, ਗਾਮਾ ਤੇ ਗੋਰੀਆ ਮਹੀਟ ਵਿੱਚ ਸਰਮਾਏ ਦੀ ਕਹਾਣੀ ਵੰਡ ਦਾ ਜ਼ਿਕਰ ਕਰਕੇ ਰੁਮਾਨ ਵੀ ਲਿਖਿਆ ਇਹਨਾਂ ਨੇ। ਤੇ ਇਨਸਾਨੀ ਹਯਾਤੀ ਦੇ ਮੰਤਕੀ ਅੰਜਾਮ ਲਈ ਮੁਸਾਫਿਰ ਤੇ ਵਨ ਦਾ ਸੰਘਣਾ ਬੂਟਾ ਵੀ ਲਿਖਿਆ ਨੇ। ਇਹ ਸਾਰੀਆਂ ਗੱਲਾਂ ਜਿਹੜੀ ਸ਼ਰੀਫ ਪੰਜਾਹੀ ਨੇ ਜਗਰਾਤੇ ਵਿੱਚ ਕੀਤੀਆਂ ਨੇ, ਇਹ ਇਹਨਾਂ ਨੇ ਡਾਕਟਰ ਅਸਮਤੁੱਲਾ ਜ਼ਾਹਿਦ ਨੇ ਆਪਣੀ ਕਿਤਾਬ ਅਦਬ ਸਮੁੰਦਰ ਦੇ ਇਸ ਮਜਮੂਏ ਵਿੱਚ ਲਿਖਿਆ ਹੈ, ਉਹਨਾਂ ਦਾ ਜ਼ਿਕਰ ਕੀਤਾ ਹੈ। ਫਿਰ ਇਹਨਾਂ ਨੇ ਸ਼ਰੀਫ ਪੰਜਾਹੀ ਦੇ ਫਨੀ ਤਜਰਬਿਆਂ ਵਿੱਚ ਲੋਕ ਗੀਤਾਂ ਦਾ ਮਿਜ਼ਾਜ, ਇਖਤਸਾਰ ਛੋਟੀਆਂ ਛੋਟੀਆਂ ਨਜ਼ਮਾਂ ਨੇ ਤੇ ਸਰਨਾਵੇਂ ਨਜ਼ਮ ਦਾ ਜ਼ਿਕਰ ਮਰਕਜ਼ੀ ਖਿਆਲ ਜਿਹੜਾ ਉਹ ਵੀ ਕੀਤਾ ਹੈ। ਜ਼ੁਬਾਨ ਮਾਦਰੀ ਤੇ ਇਸਤਿਆਰੇ ਪੰਜਾਬੀ ਵਰਤੇ ਨੇ। ਇੰਜ ਉਹਨਾਂ ਨੇ ਫਿਕਰ ਤੇ ਫਨ ਦੇ ਹਵਾਲੇ ਨਾਲ ਪੰਜਾਬੀ ਨਜ਼ਮ ਉੱਤੇ ਜਿਹੜੇ ਮਿਡਲੇ ਅਹਿਸਾਨ ਕੀਤੇ ਨੇ, ਉਹਨਾਂ ਦੀ ਬੁਨਿਆਦ ਤੇ ਉਹਨਾਂ ਨੂੰ ਨਵੇਂ ਨਜ਼ਮ ਦਾ ਆਗੂ ਤੇ ਮੋਢੀ ਕਹਿਲਾਉਣ ਦਾ ਪੂਰਾ ਹੱਕ ਹੈ। ਠੀਕ ਹੈ। ਸ਼ਰੀਫ ਪੰਜਾਹੀ ਨੂੰ ਮੋਢੀ ਕਿਹਾ ਜਾਂਦਾ ਜੀ, ਉਹਨਾਂ ਨੇ ਇਹ ਚੀਜ਼ ਇਨੋਵੇਟ ਕੀਤੀ ਹੈ। ਜਿਹੜਾ ਕੋਈ ਬੰਦਾ ਪਹਿਲੀ ਵਾਰੀ ਕੋਈ ਚੀਜ਼ ਇਜਾਦ ਕਰਦਾ ਹੈ, ਉਹਦੇ ਮੁੱਢ ਬਣਦਾ ਹੈ ਤੇ ਉਹਨੂੰ ਮੋਢੀ ਜਾਂ ਆਗੂ ਕਿਹਾ ਜਾਂਦਾ ਹੈ। ਇਹਨਾਂ ਦਾ ਖੁਲਾਸਾ ਜਿਹੜਾ ਨਾ ਉਹ ਇਹੀ ਹੈ ਕਿ ਜੀ ਸ਼ਰੀਫ ਪੰਜਾਹੀ ਦੀਆਂ ਜਿਹੜੀਆਂ ਨਜ਼ਮਾਂ ਸਨ ਨਾ, ਉਹ ਜੰਗ ਦੇ ਹਵਾਲੇ ਨਾਲ ਵੀ ਬੜੀਆਂ ਇੰਪੋਰਟੈਂਟ ਸਨ। ਜੰਗ ਦੇ ਦੌਰਾਨ ਜਿਹੜਾ ਵਿਛੋੜਾ ਹੁੰਦਾ ਹੈ, ਔਰਤ ਦਾ ਵਿਛੋੜਾ, ਉਸ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਹੈ। ਫਿਰ ਧੀਆਂ ਦਾ ਵੱਡਾ ਹੋ ਜਾਣਾ ਤੇ ਉਹਨਾਂ ਦਾ ਵਿਆਹ ਸ਼ਾਦੀ ਬਾਰੇ ਵੀ ਗੱਲ ਕੀਤੀ ਹੈ। ਉਹਨਾਂ ਦੀ ਧੀਆਂ ਦੀ ਜਿਹੜੀਆਂ ਮਾਵਾਂ ਨੇ ਉਹ ਉਹਨਾਂ ਨੂੰ ਕਹਿੰਦੀਆਂ ਨੇ ਜੀ ਖੇਡ ਲੈ ਮੇਰੀ ਧੀ। ਇਹ ਨਜ਼ਮ ਦਾ ਵੀ ਜ਼ਿਕਰ ਹੈ ਜਿਹਦੇ ਵਿੱਚ ਉਹਨੂੰ ਇਹ ਦੱਸਿਆ ਜਾ ਰਿਹਾ ਕਿ ਇਹੀ ਤੇਰੀ ਉਮਰ ਹੈ ਜਿਹਦੇ ਵਿੱਚ ਤੂੰ ਖੁਸ਼ ਰਹਿ ਕੇ ਖੇਡ ਸਕਦੀ ਹੈ, ਉਸ ਤੋਂ ਬਾਅਦ ਤੇ ਤੇਰੀ ਜ਼ਿੰਦਗੀ ਥੋੜੀ ਔਖੀ ਹੋ ਜਾਣੀ ਹੈ। ਤੇ ਇਹ ਸਾਰੀਆਂ ਗੱਲਾਂ ਨੇ। ਸੱਜਣ ਦੇ ਵਿਛੜ ਜਾਣ ਦੀ ਗੱਲ ਹੈ। ਕੁਝ ਲੋਕ ਜਿਹੜੇ ਦੂਰ ਜੰਗਾਂ ਵਿੱਚ ਗਏ ਹੁੰਦੇ ਨੇ, ਫੌਜੀ ਜਿਹੜੇ ਲੋਕ ਹੁੰਦੇ ਨੇ, ਉਹਨਾਂ ਦਾ ਵਾਪਿਸ ਆਉਣਾ ਬੜਾ ਮੁਸ਼ਕਿਲ ਹੁੰਦਾ ਹੈ। ਵੰਡ ਦਾ ਜ਼ਿਕਰ ਹੈ, ਉਹਦੇ ਵਿੱਚ ਉਹਨਾਂ ਦੀ ਇਨਸਾਨੀ ਹਯਾਤੀ ਦਾ ਸਾਰਾ ਜ਼ਿਕਰ ਕੀਤਾ ਗਿਆ ਹੈ। ਰੋਮਾਨ ਦਾ ਵੀ ਥੋੜਾ ਬਹੁਤ ਉਹਨਾਂ ਨੇ ਇਹਦੇ ਵਿੱਚ ਅੰਸਰ ਸ਼ਾਮਿਲ ਕੀਤਾ। ਤੇ ਇਹ ਸਾਰੀਆਂ ਇਹਨਾਂ ਦੀਆਂ ਨਜ਼ਮਾਂ ਸਨ ਜਿਹੜਾ ਜਗਰਾਤੇ ਵਿੱਚ ਉਹਨਾਂ ਨੇ ਮੁਕੰਮਲ ਕਲੈਕਟਿਵ ਉਹਨਾਂ ਨੇ ਦੱਸਿਆ ਮਜਮੂਆ ਜਿਹੜਾ ਜਗਰਾਤੇ ਦੀਆਂ ਨਜ਼ਮਾਂ ਵਿੱਚ ਹੈ। ਠੀਕ ਹੈ। ਅਗਲਾ ਸਾਡੇ ਕੋਲ ਆਉਂਦਾ ਹੈ ਅਹਿਮਦ ਰਾਈ। ਅਹਿਮਦ ਰਾਈ ਜੀ ਉਹਨੂੰ ਕਿਹਾ ਗਿਆ ਗੀਤਾਂ ਦੀ ਮਹਿਕਾਰ ਦਾ ਸ਼ਾਇਰ। ਤੇ ਮੁੱਢ ਅਹਿਮਦ ਨਦੀਮ ਕਾਸਮੀ ਦੀ ਰਾਏ ਤੋਂ ਪਤਾ ਹੈ ਕਿ ਪੰਜਾਬੀ ਵਿੱਚ ਉਰਦੂ ਸ਼ਾਇਰੀ ਵਾਲੀ ਮਿੱਠੀ ਮਿੱਠੀ ਪੀੜ ਹੈ ਤੇ ਨਾਲੇ ਪੰਜਾਬੀ ਵਿੱਚ ਲੋਕ ਰੰਗ ਤੇ ਅਸਰ ਪਾਰੂ ਨਾਲ ਤਰੰਜਨ ਰੱਖਿਆ, ਕਿਉਂਕਿ ਅਹਿਮਦ ਰਾਈ ਦੀ ਨਜ਼ਮ ਤਰੰਜਨ ਹੀ ਹੈ ਜਿਹੜੀ ਅਸੀਂ ਇਸ ਕਿਤਾਬ ਵਿੱਚ ਵੀ ਪੜ੍ਹੀ ਹੈ। ਤੇ ਇਹਦੇ ਵਿੱਚ ਪੰਜਾਬ ਦੀ ਤਹਿਜ਼ੀਬੀ ਤੇ ਸਕਾਫਤੀ ਜ਼ਿੰਦਗੀ ਦਾ ਭਰਵਾਂ ਤਾਸਰ ਹੈ। ਉਹਨੇ ਨਜ਼ਮਾਂ ਵਿੱਚ ਕਿਧਰੇ ਤਖੱਲੁਸ ਨਹੀਂ ਵਰਤਿਆ ਤੇ ਕਲਾਮ ਉਹਦ ਦੇ ਸ਼ਊਰ ਦਾ ਤਰਜਮਾਨ ਹੈ। ਜਿਹੜੀਆਂ ਗੱਲਾਂ ਹੋ ਰਹੀਆਂ ਨੇ ਨਾ ਉਹ ਆਪਣੇ ਉਹਦ ਦੇ ਤਰਜਮਾਨ ਨੇ। ਜਿਵੇਂ ਦੂਜੀ ਆਲਮੀ ਜੰਗ ਦੇ ਅਸਰਾਤ ਦੱਸਦੇ ਨੇ। ਕਲਾਮੇ ਪਾਕਿਸਤਾਨ ਵੇਲੇ ਖੂਨ ਦੀ ਹੋਲੀ
ਤੇ ਚੁੰਨੀ ਮੇਰੀ ਲੀਰਾਂ ਕਤਰਾਂ ਬਹਿਣਾ ਦੇ ਉਹ ਵੀਰੋ, ਇਹਦੇ ਨਾਲ ਨਾਲ ਇਹਨਾਂ ਨੇ ਨਜ਼ਮਾਂ ਦੇ ਸਰਨਾਵੇ ਰੱਖੇ ਨੇ। ਲੋਕ ਗੀਤਾਂ ਦਾ ਵੀ ਇਸਤੇਮਾਲ ਕੀਤਾ, ਜਿਵੇਂ ਟੱਪੇ, ਮਾਹੀਆ, ਕਿਕਲੀ ਤੇ ਬੋਲੀਆਂ ਦੇ ਲੋਕ ਕਹਾਣੀਆਂ ਦੇ ਕਿਰਦਾਰਾਂ ਦੇ ਵੀ ਰੱਖੇ ਨੇ, ਜਿਸ ਵਿੱਚ ਰਿਫਤ ਦੇ ਅਫਸਾਨੇ ਵਾਂਗਰ ਔਰਤਾਂ ਦੇ ਦਰਦ ਨੇ। ਅਹਿਮਦ ਦੀ ਸ਼ਾਇਰੀ ਵਿੱਚ ਰਾਂਝਾ ਇਸ਼ਕ, ਖੇੜੇ ਜ਼ੁਲਮ, ਮਿਰਜ਼ਾ ਪੰਜਾਬ ਦੀ ਦਲੇਰੀ ਤੇ ਸਭ ਅਨਮਲੀ ਮੁਹੱਬਤ ਦਾ ਰੂਪ ਹੈ। ਠੀਕ ਹੈ, ਕਰੈਕਟਰਸ ਉਹਨੇ ਦੱਸ ਦਿੱਤੇ ਜੀ। ਰਾਂਝਾ ਜਿਹੜਾ ਉਹ ਇਸ਼ਕ ਨੂੰ ਉਹ ਕਰ ਰਿਹਾ, ਇਸ਼ਕ ਨੂੰ ਕੀ ਕਹਿੰਦੇ ਨੇ, ਇਸ਼ਕ ਨੂੰ ਐਮਫਸਾਈਜ਼, ਇਸ਼ਕ ਨੂੰ ਰਿਪਰੈਜ਼ੈਂਟ ਕਰ ਰਿਹਾ, ਤੇ ਜਿਹੜਾ ਖੇੜਾ ਹੈ ਉਹ ਜ਼ੁਲਮ ਨੂੰ ਦੱਸ ਰਿਹਾ, ਜ਼ੁਲਮ ਦੀ ਉਹ ਕਾਸੀ ਕਰੇ। ਮਿਰਜ਼ਾ ਜਿਹੜਾ ਪੰਜਾਬ ਦੀ ਦਲੇਰੀ ਦਾ ਅੰਸਰ ਹੈ, ਨਿਸ਼ਾਨ ਹੈ। ਸਾਬਾ ਜਿਹੜੀ ਹੈ ਉਹ ਅਨਮੋਲੀ ਮੁਹੱਬਤ ਦਾ ਰੂਪ ਹੈ। ਜ਼ੁਬਾਨ ਦੀ ਮਿਠਾਸ ਹੈ, ਮੌਸੀਕੀ ਤੇ ਜਜ਼ਬਿਆਂ ਦਾ ਇਜ਼ਹਾਰ ਵਿੱਚ ਦਰਿਆ ਵਰਗੀ ਰਵਾਨੀ ਪਾਰੂ ਉਹਦੀ ਸ਼ਾਇਰੀ ਹਰ ਮਨ ਪਿਆਰੀ ਹੈ। ਠੀਕ ਹੈ, ਇਹ ਅਹਿਮਦ ਰਾਹੀ ਦਾ ਥੋੜਾ ਜਿਹਾ ਦੱਸ ਦਿੱਤਾ, ਉਹਦੀ ਖਾਸੀਅਤ ਦੱਸ ਦਿੱਤੀ ਹੈ ਡਾਕਟਰ ਸਾਹਿਬ ਨੇ ਆਪਣੀ ਅਦਬ ਸਮੁੰਦਰ ਵਿੱਚ। ਅਗਲਾ ਸ਼ਾਇਰ ਹੈ ਜੀ ਬਾਕੀ ਸਿੱਦੀਕੀ। ਹਰਮਨ ਪਿਆਰਾ, ਬੜਾ ਪਟਵਾਰੀ ਲਹਿਜਾ, ਸੋਹਣਾ ਤੇ ਮਿੱਠਾ ਅੰਦਾਜ਼ ਇਹਨਾਂ ਦਾ। ਡਾਕਟਰ ਅਸਮਤੁੱਲਾ ਜ਼ਾਹਿਦ ਨੇ ਇਹਨਾਂ ਨੂੰ ਕਿਹਾ ਹੈ, ਇਹਨਾਂ ਦੇ ਬਾਰੇ ਵਿੱਚ ਕਿਹਾ ਜੀ, ਤਹਿਜ਼ੀਬੀ ਤੇ ਸਕਾਫਤੀ ਕਦਰਾਂ ਦਾ ਨੁਮਾਇੰਦਾ। ਜਿਵੇਂ ਅਸਾਂ ਪਿਛਲੇ ਕਲਾਸਿਕੀ ਸ਼ਾਇਰ ਪੜ੍ਹੇ ਨੇ, ਤੇ ਉਹਨਾਂ ਦਾ ਇੱਕ ਇੱਕ ਲਕਬ ਸੀ ਜਿਹੜਾ ਅਦਬ ਸਮੁੰਦਰ ਵਿੱਚ ਉਹਨਾਂ ਨੂੰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਹਨਾਂ ਨੂੰ ਵੀ ਇੱਕ ਇੱਕ ਲਕਬ ਜਿਹੜਾ ਨਾ ਹਰ ਇੱਕ ਸ਼ਾਇਰ ਨੂੰ ਦਿੱਤਾ ਗਿਆ ਹੈ ਡਾਕਟਰ ਸਾਹਿਬ ਨੇ। ਅੱਛਾ, ਇਹਨਾਂ ਨੂੰ ਇਹ ਕਿਹਾ ਜੀ ਤਹਿਜ਼ੀਬੀ ਤੇ ਸਕਾਫਤੀ ਕਦਰਾਂ ਦਾ ਨੁਮਾਇੰਦਾ, ਤੇ ਦੱਸਿਆ ਕਿ ਜੀ ਉਰਦੂ ਵਿੱਚ ਮੀਰ ਤਕੀ ਮੀਰ ਦਾ ਰੰਗ ਅਪਣਾਇਆ, ਪਰ ਪੰਜਾਬੀ ਵਿੱਚ ਗਰੋਕੀ ਜ਼ੁਬਾਨ ਤੇ ਉਹਦੀ ਅਹਿਸਾਸ ਨੂੰ ਨਜ਼ਮਾਇਆ, ਜਿਹਨੂੰ ਮੁਨੀਰ ਸ਼ੇਖ ਨੇ ਛੇਵੀਂ ਹਿੱਸ ਦਾ ਵੀ ਆਖਿਆ, ਛੇਵੀਂ ਹਿੱਸ ਦਾ ਸ਼ਾਇਰ। ਉਹਨਾਂ ਦੀ ਸ਼ਾਇਰੀ ਵਿੱਚ ਮਜ਼ਮੂਨਾਂ ਦਾ ਲੰਮਾ ਚੌੜਾ ਸਿਲਸਿਲਾ ਹੈ, ਕਿਧਰੇ ਰੋਮਾਨ, ਕਿਧਰੇ ਬੁਢਾਪਾ ਤੇ ਕਿਧਰੇ ਫਲਸਫਾ ਨਜ਼ਰ ਆਉਂਦਾ ਹੈ। ਨਜ਼ਮ ਪਿਆਰ ਤੇ ਵੈਨ ਵਿੱਚ ਮੁਟਿਆਰੇ ਦੇ ਜਜ਼ਬਾਤ ਨੂੰ ਉਹਨਾਂ ਨੇ ਬਿਆਨਿਆ ਹੈ, ਨਾਲੇ ਪੋਠੋਹਾਰ ਦਾ ਤੇ ਗਹਿਣੇ ਗਿਣਵਾਏ ਨੇ। ਰੋਮਾਨੀ ਦੁੱਖ ਨਜ਼ਮ ਸਾਡਾ ਵਿੱਚ ਵੀ ਮਿਲਦਾ ਹੈ, ਸਾਡਾ ਇਹਨਾਂ ਦੀ ਨਜ਼ਮ ਹੈ, ਠੀਕ ਹੈ, ਉਹਦੇ ਵਿੱਚ ਵੀ ਮਿਲਦਾ ਹੈ ਰੋਮਾਨੀ ਦੁੱਖ। ਤੇ ਸਰਗੀਨਾ ਵੇਲਾ, ਖੂਹ ਪਿਆ ਵਗੇ ਵਗੈਰਾ ਨਜ਼ਮਾਂ ਵਿੱਚ ਪੇਂਡੂ ਰਹਿਤਲ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਹੈ। ਉਹਨਾਂ ਲੋਕ ਖੇਡਾਂ ਦੇ ਜ਼ਿਕਰ ਦੇ ਨਾਲ ਹੀ ਤਬਕਾਤੀ ਵੰਡ ਨੂੰ ਵੀ ਬਿਆਨਿਆ ਹੈ, ਤੇ ਨਜ਼ਮ ਚੰਨੇ ਚੌਦਵੀਂ ਰਾਤ ਵਿੱਚ ਲੋਕ ਗੀਤਾਂ ਦਾ ਰੰਗ ਵੀ ਦਿਸਦਾ ਹੈ। ਨਜ਼ਮਾਂ ਵਿੱਚ ਨਿੱਕੀ ਬਹਿਰ ਤੇ ਪਟਵਾਰੀ ਲਹਿਜਾ ਵਰਤਿਆ ਗਿਆ, ਇਸ ਲਈ ਉਹਨਾਂ ਦੀ ਸ਼ਾਇਰੀ ਸਾਡੀਆਂ ਤਹਿਜ਼ੀਬੀ ਤੇ ਸਕਾਫਤੀ ਕਦਰਾਂ ਦਾ ਆਇਨਾ ਬਣ ਕੇ ਜ਼ਿੰਦਾ ਹੋ ਗਈਆਂ ਨੇ। ਠੀਕ ਹੈ, ਇਹ ਸਾਰਾ ਇਹਨਾਂ ਦਾ। ਬਾਕੀ ਸਿਰਫ ਫਿਰ ਤੁਸੀਂ ਹੁਣ ਕਿਉਂਕਿ ਤੁਸੀਂ ਇਹਨਾਂ ਸ਼ਾਇਰਾਂ ਨੂੰ ਪੜ੍ਹਿਆ ਹੋਇਆ ਨਾ, ਤੇ ਜੋ ਤੁਸੀਂ ਥੋੜਾ ਜਿਹਾ ਤੁਹਾਨੂੰ ਪਤਾ ਕਿਹੋ ਜਿਹੀ ਇਹਨਾਂ ਦੀ ਨਜ਼ਮਾਂ ਨੇ, ਥੋੜਾ ਤੁਹਾਨੂੰ ਆਪ ਵੀ ਆਈਡੀਆ ਹੋਏਗਾ। ਜਦੋਂ ਤੁਸੀਂ ਪੜ੍ਹੋਗੇ, ਕੁਝ ਚੀਜ਼ ਤੁਸੀਂ ਐਡ ਕਰਨਾ ਚਾਹੁੰਦੇ ਹੋ, ਤੁਸੀਂ ਉਹ ਵੀ ਕਰ ਸਕਦੇ ਹੋ। ਠੀਕ ਹੈ, ਤੁਹਾਨੂੰ ਕੋਈ ਐਸੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਅਗਲਾ ਹੈ ਜੀ ਮੁਨੀਰ ਨਿਆਜ਼ੀ। ਇਹਨਾਂ ਦੇ ਬਾਰੇ ਕਿਹਾ ਜੀ ਨਵੀਂ ਇਮਕਾਨ ਦਾ ਸ਼ਾਇਰ, ਤੇ ਦੱਸਿਆ ਹੈ ਨਵੇਕਲਾ ਸ਼ਾਇਰ ਹੈ, ਜਿਹਦੇ ਰੰਗ ਵਿੱਚ ਲੋਕੀ ਲਿਖਣਾ ਫਖਰ ਸਮਝਦੇ ਨੇ। ਸ਼ਾਇਰਾਂ ਵਿੱਚ ਮੁਨੀਰ ਨਿਆਜ਼ੀ ਨੂੰ ਸਾਮਈਨ ਦਾ ਲੁਕਮਾ ਦੇਣਾ ਉਹਦੀ ਉਹਦ ਵਿੱਚ ਪਜ਼ੀਰਾਈ ਹੈ। ਉਹਨੇ ਹਮ ਅਸਰ ਸ਼ਾਇਰਾਂ ਨਾਲੋਂ ਵੱਖਰਾ ਅਲਾਮਤੀ ਨਿਜ਼ਾਮ ਤਖਲੀਕ ਕੀਤਾ ਹੈ, ਜਿਹਨੂੰ ਸਮਝਣ ਲਈ ਉਹਦੀ ਜ਼ਾਤ ਨਾਲ ਤਾਲੁਕ ਜੋੜ ਕੇ ਉਹਦੇ ਤਜਰਬਿਆਂ ਦਾ ਨਫਸਿਆਤੀ ਤਜਜ਼ੀਆ ਕਰਨਾ ਪੈਂਦਾ ਹੈ। ਮੁਨੀਰ ਨੇ ਇਨਸਾਨੀ ਹਯਾਤੀ ਦੇ ਮਸਾਇਲ ਦਾ ਹੱਲ ਰੋਮਾਨ ਵਿੱਚ ਲੱਭਿਆ। ਉਹ ਮੌਤ ਤੋਂ ਵੀ ਆਜ਼ਾਦ ਜਹਾਨ ਚਾਹੁੰਦਾ ਹੈ। ਉਹਨੇ ਸ਼ੇਰ, ਚੀਤੇ ਤੇ ਸੱਪ ਦੀਆਂ ਲਾਮਤਾਂ ਦਰਿੰਦਾ ਸਿਫਤ ਬੰਦਿਆਂ ਲਈ ਵਰਤੀਆਂ ਨੇ, ਤੇ ਬਦਰੂਹਾਂ, ਭੂਤ ਵਗੈਰਾ ਸਮਾਜ ਦੁਸ਼ਮਣ ਅਨਾਸਰ ਨੇ। ਔਰ ਨਰਗੀਸੀਅਤ ਦਾ ਵੀ ਕਾਇਲ ਹੈ। ਉਹਦੀਆਂ ਨਜ਼ਮਾਂ ਵਿੱਚ ਗਜ਼ਲ ਵਰਗੇ ਸਵਾਦ, ਲੋਕ ਗੀਤਾਂ ਦੀ ਧੁਨ, ਫਲਸਫਿਆਨਾ ਸੂਝ-ਬੂਝ ਤੇ ਅਸਲੂਬ ਵਿੱਚ ਜਿੱਦਤ ਨਾਲੇ ਇਖਤਸਾਰ ਹੈ। ਇਹਨਾਂ ਦੀ ਬਹੁਤ ਸਾਰੀ ਨਜ਼ਮਾਂ ਅਸਾਂ ਪੜ੍ਹੀਆਂ ਹੋਣਗੀਆਂ, ਜਿਹਦੇ ਵਿੱਚ ਉਹਨਾਂ ਨੇ ਕਾਲੀ ਰਾਤ, ਸੱਪ ਵਾਂਗਨ ਚੀਜ਼ਾਂ ਦੱਸੀਆਂ ਨੇ, ਭੂਤ ਚੁੜੇਲਾਂ ਦਾ ਜ਼ਿਕਰ ਕੀਤਾ। ਬਹੁਤ ਸਾਰੇ ਸ਼ੇਰ ਨੇ ਜਿਹੜੇ ਤੁਸੀਂ ਲਿਖ ਸਕਦੇ ਹੋ, ਜੋ ਤੁਸੀਂ ਇਹਨਾਂ ਦੀ ਨਜ਼ਮਾਂ ਵਿੱਚ ਪੜ੍ਹੇ ਹੋਏ ਨੇ। ਜ਼ੁਬਾਨ ਬਹੁਤ ਆਸਾਨ ਤੇ ਸਾਦਾ ਹੈ। ਇਕੱਲੇ ਆਦਮ ਦੀ ਤਨਹਾਈ, ਇਕਲਾਪੇ ਦੀ ਤਨਹਾਈ, ਇਕਲਾਪਾ ਦੇ ਬਾਰੇ ਵਿੱਚ ਇਹਨਾਂ ਨੇ ਦੱਸਿਆ। ਲੋਕਾਂ ਦੇ ਵਿੱਚ ਰਹਿ ਕੇ ਉਹ ਆਦਮੀ ਕਲਮ ਕੱਲਾ ਰਹਿ ਜਾਂਦਾ ਹੈ। ਹਰ ਕਿਸਮ ਦੀ ਤਨਹਾਈ ਦਾ ਤਜਰਬਾ ਕਰਕੇ ਇਹ ਕਹਿੰਦਾ ਹੈ, ਮੈਂ ਆਪਣੀ ਸ਼ਾਇਰੀ ਦੀ ਮਾਰਫਤ ਦੁਨੀਆ ਦੇ ਲੋਕਾਂ ਦੇ ਜ਼ਿਹਨ ਇੰਨੇ ਖੂਬਸੂਰਤ ਬਣਾ ਦੇਣਾ ਚਾਹੁੰਦਾ ਹੈ ਕਿ ਅੱਲਾ ਵੀ ਇਹ ਜ਼ਮੀਨ ਬਹਿਸ਼ਤ ਦਾ ਇੱਕ ਟੁਕੜਾ ਬਣ ਜਾਵੇ। ਅੱਲਾ ਦੀ ਇਹ ਜ਼ਮੀਨ ਜਿਹੜੀ ਹੈ ਉਹ ਬਹਿਸ਼ਤ ਦਾ ਟੁਕੜਾ ਬਣ ਜਾਵੇ,
ਕਿਉਂਕਿ ਸੋਚ ਇਨਸਾਨ ਦੀ ਜਦੋਂ ਖੂਬਸੂਰਤ ਹੋਏਗੀ ਤੇ ਜ਼ਮੀਨ ਦਾ ਟੁਕੜਾ ਵੀ ਜਿਹੜਾ ਨਾ ਉਹ ਲੋਕਾਂ ਲਈ ਬਹਿਸ਼ਤ ਬਣ ਜਾਵੇਗਾ। ਮੈਨੂੰ ਪੂਰੀ ਤਰ੍ਹਾਂ ਇਸ ਗੱਲ ਦਾ ਸ਼ਿੱਦਤ ਨਾਲ ਅਹਿਸਾਸ ਹੈ ਕਿ ਅਜੇ ਤੇ ਮੈਂ ਦਰਵਾਜ਼ਾ ਖੋਲ੍ਹਣਾ ਆਖਿਰ ਦੀਆਂ ਆਵਾਜ਼ਾਂ ਦਾ। ਠੀਕ ਹੈ, ਇਹ ਮੁਨੀਰ ਨਿਆਜ਼ੀ ਦੇ ਬਾਰੇ ਚ ਗੱਲਾਂ ਬਾਤਾਂ ਸੀ ਥੋੜ੍ਹੀਆਂ, ਕਿਹੜੇ ਕਿਹੜੇ ਇਹਨਾਂ ਨੇ ਇਸ਼ਤਿਹਾਰ ਇਸਤੇਮਾਲ ਕੀਤੇ ਨੇ, ਕਿਹੜੀ ਅਲਾਮਤੀ ਗੱਲਾਂ ਕੀਤੀਆਂ ਨੇ, ਇਹ ਸਾਰੀਆਂ ਗੱਲਾਂ ਅਸੀਂ ਇਸ ਮੁਨੀਰ ਨਿਆਜ਼ੀ ਵਿੱਚ ਦੱਸਾਂਗੇ। ਅਗਲਾ ਸਾਡੇ ਕੋਲ ਸ਼ਾਇਰ ਹੈ ਜੀ ਕਯੂਮ ਨਜ਼ਰ। ਇਹਨੂੰ ਤੂੰ ਤੇ ਮੈਂ ਦੀ ਤਕਰਾਰ ਕਿਹਾ ਤੇ ਦੱਸਿਆ ਕਿ ਉਹਨੇ ਆਬਿਦ ਅਲੀ ਤੇ ਸੂਫੀ ਤਬਸਮ ਪਾਰੋਂ ਉਰਦੂ ਵਿੱਚ ਸ਼ਾਇਰੀ ਕੀਤੀ, ਪਰ ਪੰਜਾਬੀ ਦੀ ਮਿਠਾਸ ਤੇ ਖੁੱਲੇ ਡੁੱਲੇ ਫਿਕਰੀ ਇਜ਼ਹਾਰ ਪਾਰੋਂ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਤੇ ਡਾਕਟਰ ਬਾਕਿਰ ਪਾਰੋਂ ਪੰਜਾਬੀ ਵੱਲ ਪਰਤੇ। ਉਹਨਾਂ ਦੀ ਸ਼ਾਇਰੀ ਵਿੱਚ ਸਾਰੇ ਖਾਰਿਜ ਦੇ ਸਾਰੇ ਬਿਆਨ ਦਾ ਖਲੀਅਤ ਦਾ ਰੂਪ ਧਾਰ ਲੈਂਦੇ ਨੇ, ਜਿਵੇਂ ਨਜ਼ਮ ਇੰਜ ਲੱਗਦਾ ਹੈ ਗਵਾਹ ਹੈ। ਤੂੰ ਤੇ ਮੈਂ ਦੇ ਦਿਬਾਚੇ ਵਿੱਚ ਆਲੇ ਦੁਆਲੇ ਦੀ ਤਬਦੀਲੀਆਂ ਦਾ ਅਸਰ ਹੈ। ਇਸ ਵਿੱਚ 27 ਨਜ਼ਮਾਂ ਤੇ 17 ਗ਼ਜ਼ਲਾਂ ਨੇ। ਨਜ਼ਮ ਹੜ ਵਿੱਚ ਜਾਗੀਰਦਾਰਾਨਾ ਨਿਜ਼ਾਮ ਦੀ ਨਿੰਦਿਆ ਹੈ, ਪਰ ਕਲਾਮ ਤੇ ਸੂਫੀਆ ਦਾ ਅਸਰ ਵੀ ਹੈ। ਕਲਾਮ ਦੇ ਦੂਜੇ ਹਿੱਸੇ ਗ਼ਜ਼ਲਾਂ ਵਿੱਚ ਇਹਦੇ ਹਵਾਲੇ ਮਿਲਦੇ ਨੇ। ਉਹ ਸਾਰੀ ਹਯਾਤੀ ਸ਼ਹਿਰ ਵਿੱਚ ਵਸੇ, ਇਸ ਲਈ ਜ਼ੁਬਾਨ ਸ਼ਹਿਰੀ ਪੰਜਾਬੀ ਤੇ ਜ਼ਮੀਨਾਂ ਸਖਤ ਨੇ। ਪਰ ਜਦੀਦ ਜਿਹੜੀ ਪੰਜਾਬੀ ਦੀ ਨਜ਼ਮ ਨੂੰ ਉਰਦੂ ਦੀ ਜਦੀਦ ਨਜ਼ਮ ਦੇ ਹਮ ਪੱਲਾ ਬਣਾਉਣ ਵਾਲਿਆਂ ਦਾ ਜਦੋਂ ਵੀ ਜ਼ਿਕਰ ਹੋਵੇਗਾ, ਉਹਦੇ ਵਿੱਚ ਕਯੂਮ ਨਜ਼ਰ ਹੋਰਾਂ ਦਾ ਨਾਂ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਥੋੜਾ ਜਿਹਾ ਜ਼ਿਕਰ ਇਹਨਾਂ ਦਾ ਕਯੂਮ ਨਜ਼ਰ ਦਾ ਦੱਸਣਾ ਹੈ। ਅਗਲਾ ਆ ਜਾਂਦਾ ਜੀ ਹਫੀਜ਼ ਤਾਇਬ ਹੈ। ਇਹਨਾਂ ਨੂੰ ਕਿਹਾ ਜੀ ਇਹਨਾਂ ਦੀ ਕਿਤਾਬ ਸੁੱਖ ਮਿੱਤਰਾਂ ਦੀ ਨੂੰ ਤੁਸੀਂ ਰੂਹ ਦੀ ਆਵਾਜ਼ ਕਿਹਾ। ਮਜ਼ਮੂਨ ਦਾ ਮੁੱਢ 1000 ਵਰੇ ਪੰਜਾਬੀ ਸ਼ੇਰੀ ਰਵਾਇਤ ਦਾ ਜ਼ਿਕਰ ਕੀਤਾ ਹੈ, ਜਿਸ ਵਿੱਚ ਕਿਤਾਬ ਦੇ ਮੁੱਢ ਵਿੱਚ ਹਮ ਤੂੰ ਨਾਤ ਕਈ ਨਾਵਾਂ ਜਿਵੇਂ ਨੂਰਨਾਮਾ ਹੋ ਗਿਆ, ਮੇਰਾਜਨਾਮਾ ਵਗੈਰਾ ਨਾਲ ਕੀਤਾ ਹੈ। ਤੇ 20ਵੀਂ ਸਦੀ ਦੀ ਤਬਦੀਲੀ ਪਾਰੋਂ ਸਰਾਪਾ ਨਿਗਾਰੀ ਦੀ ਥਾਂ ਸੀਰਤ ਨਿਗਾਰੀ ਆਉਣ ਦਾ ਮੁਹਾਂਦਰਾ ਪੀਰ ਫਜ਼ਲ ਗੁਜਰਾਤੀ ਤੋਂ ਬਾਅਦ ਸਿੱਖ ਮਿੱਤਰਾਂ ਦੀ ਵਿੱਚ ਵਿਖਾਲੀ ਦਿੰਦਾ ਹੈ, ਜਿਸ ਵਿੱਚ ਹਮ ਤੂੰ ਵੱਖ ਜਿਹੜੀਆਂ ਨੇ ਕਮ ਅਜ਼ ਕਮ 39 ਨਾਤਾਂ ਤੇ 9 ਮਨਕਤਾਂ ਨੇ ਤੇ ਸਲਾਮ ਵੀ ਨੇ। ਹਮਦ ਜਿਹੜੀ ਹੈ ਉਹ ਸੂਰੇ ਫਾਤਿਹਾ ਦਾ ਤਰਜਮਾ ਹੈ। ਫਿਰ ਕਹਿੰਦੇ ਨੇ ਜੀ ਕਲਾਮ ਵਿੱਚ 3 ਕੈਫੀਅਤ ਦੀਆਂ ਨਾਤਾਂ ਵੀ ਨੇ। ਮਦੀਨੇ ਤੋਂ ਦੂਰੀ ਦੇ ਆਪਣ ਦੀ ਸਿੱਕ ਹੈ, ਰੋਜ਼ਾ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੇ ਹਾਜ਼ਰੀ ਤੇ ਦੁਬਾਰਾ ਜਾਣ ਦੀ ਤੜਪ ਵੀ ਹੈ। ਹੁਣ ਇਹ ਹਫੀਜ਼ ਤਾਇਬ ਦੀ ਜਿਹੜੇ ਨਾ ਇਹਨਾਂ ਦੀ ਨਾਤੀਆ ਸਾਰੀਅਤ ਨਾਤ ਤੇ ਹਮਦ ਦਾ ਜ਼ਿਕਰ ਹੈ, ਤੇ ਉਹੀ ਸਾਰੀ ਕਿ ਜੀ ਹਾਫਿਜ਼ ਲੁਧਿਆਣਵੀ ਬਕੌਲ ਇਹਨਾਂ ਦਾ ਮੁਹਾਂਦਰਾ ਉਹਨਾਂ ਦੀ ਉਰਦੂ ਨਾਤਾਂ ਵਾਂਗਰ ਹੈ। ਹਾਫਿਜ਼ ਤਾਇਬ ਨੇ ਅਬਦ ਤੇ ਆਲਾ ਵਿਚਕਾਰ ਹੱਦ ਨਹੀਂ ਟੱਪੀ ਤੇ ਲੋਕ ਹੀਰੋ ਮਾਹੀ ਰਾਂਝਾ ਦੇ ਲਫ਼ਜ਼ ਆਪ ਸੱਲਮ ਲਈ ਨਹੀਂ ਵਰਤੇ। ਬੜੇ ਸਫਿਸਟੀਕੇਟਡ ਤਰੀਕੇ ਨਾਲ ਗੱਲ ਕੀਤੀ ਹੈ। ਉਹਨਾਂ ਨੇ ਉਮਤ ਦਾ ਮਰਸੀਆ ਤੇ ਮਸ਼ਰਕੀ ਪਾਕਿਸਤਾਨ ਦੀ ਅਲੱਹਦਗੀ ਦਾ ਜ਼ਿਕਰ ਵੀ ਕੀਤਾ ਤੇ ਅਸਵਾ ਹੁਸਨਾ ਦੀ ਲੋੜ ਤੇ ਵੀ ਚਾਨਣ ਪਾਇਆ। ਉਹਨਾਂ ਦੀਆਂ ਨਾਤਾਂ ਵਿੱਚ ਜਿਹੜੀ ਨਾ ਕਾਫੀ ਵਰਗੀ ਮਸਤੀ ਤੇ ਮੁਸ਼ਕਿਲ ਬਹਿਰਾਂ ਵੀ ਨੇ, ਤੇ ਅਖੀਰ ਤੇ 12 ਮਾਹ ਇਸਲਾਮੀ ਮਹੀਨਿਆਂ ਦੇ ਨਾਂ ਨਾਲ ਲਿਖੇ ਨੇ, ਤੇ ਹੱਕ ਚਾਰ ਯਾਰ ਨਬੀ ਸੱਲੱਲਾਹੁ ਅਲੈਹਿ ਵਸੱਲਮ ਇਮਾਮ ਹੁਸੈਨ ਤੇ ਗੌਸੁਲ ਆਜ਼ਮ ਲਈ ਮਨਕਬਤਾਂ ਵੀ ਲਿਖੀਆਂ ਨੇ। ਮਨਕਬਤ ਜਿਹੜਾ ਹੁੰਦਾ ਨਬੀ ਪਾਕ ਵਸੱਲਮ ਦੇ ਇਲਾਵਾ ਕਿਸੇ ਹਸਤੀ ਬਾਰੇ ਕੋਈ ਗੱਲ ਕਰੋ, ਉਹ ਮਨਕਬਤ ਹੁੰਦੀ ਹੈ। ਮੁੱਕਦੀ ਗੱਲ ਹੈ ਕਿ ਜੇ ਸਿੱਖ ਮਿੱਤਰਾਂ ਦੀ ਨਾਤ ਇਫ ਆਈ ਐਮ ਨਾਟ ਰੋਂਗ ਤੇ ਜਿਹੜੀ ਨਾਤ ਅੱਜ ਸਿੱਖ ਮਿੱਤਰਾਂ ਦੀ ਵਧੇਰੀ ਹੈ, ਉਹ ਵਾਲੀ ਨਾਤ ਮੇਰੇ ਖਿਆਲ ਨਾਲ ਹਫੀਜ਼ ਸਾਹਿਬ ਨੇ ਲਿਖੀ ਹੈ। ਤੇ ਇਹ ਨਾਤ ਦਾ ਉਹ ਮਿਆਰ ਹੈ ਜਿਹੜਾ ਆਉਣ ਵਾਲੇ ਪੰਜਾਬੀ ਦੇ ਨਾਤ ਨਿਕਾਰਾਂ ਨੂੰ ਅਪਣਾਇਆ ਰਾਹਵਾਂ ਮੁਤੱਯਨ ਕਰਨ ਵਿੱਚ ਮਦਦ ਦਿੰਦਾ ਹੈ ਕਿ ਉਹ ਉਹਨੂੰ ਹੀ ਫੋਲੋ ਕਰਦੇ ਨੇ। ਹਫੀਜ਼ ਸਾਹਿਬ ਇੱਕ ਬੜੇ ਗਾਈਡਲਾਈਨ ਸਮਝੇ ਜਾਂਦੇ ਨੇ ਪੰਜਾਬੀ ਨਾਤ ਨਿਗਾਰ ਵਾਸਤੇ। ਫਿਰ ਅਖੀਰਲੀ ਸਾਡੇ ਕੋਲ ਸ਼ਾਇਰ ਆਉਂਦੇ ਨੇ ਜੀ ਮਨਜ਼ੂਰ ਵਜ਼ੀਰ ਆਬਾਦੀ। ਇਹਨਾਂ ਨੂੰ ਅਨੋਖੀ ਸੋਚ ਦਾ ਸ਼ਾਇਰ ਕਿਹਾ ਹੈ, ਤੇ ਇਹਦੇ ਮਜਮੂਏ ਜਿਹੜੇ ਨੇ ਵੇਲੇ ਹੱਥ ਨੇ ਆ ਤੂੰ ਵੀ ਚੰਨ ਉਛਾਲ ਕੋਈ ਵਿੱਚੋਂ ਤੂੰ ਵੀ ਚੰਨ ਉਛਾਲ ਕੋਈ, ਇਹਦਾ ਵੇਰਵਾ ਕੀਤਾ ਹੈ। ਠੀਕ ਹੈ, ਮਤਲਬ ਕਿ ਦੋ ਮਜਮੂਏ ਨੇ, ਇੱਕ ਵੇਲੇ ਹੱਥ ਨੇ ਆ ਤੇ ਦੂਸਰਾ ਹੈ ਜੀ ਤੂੰ ਵੀ ਚੰਨ ਉਛਾਲ ਕੋਈ, ਤੇ ਇਹਨਾਂ ਦੋਵਾਂ ਵਿੱਚ ਜਿਹੜਾ ਨਾ ਤੂੰ ਵੀ ਚੰਨ ਉਛਾਲ ਕੋਈ ਦਾ ਵੇਰਵਾ ਕੀਤਾ ਹੈ। ਆਈ ਹੋਪ ਨਾਓ ਇਟਸ ਕਲੀਅਰ। ਇਹਦੀ ਨਵੇਕਲੀ ਖੂਬੀ ਅਸਲੂਬ ਦੱਸੀ ਹੈ, ਜਿਸ ਵਿੱਚ ਕਾਫੀਏ ਦੀ ਬੰਦਿਸ਼ ਤੇ ਬਹਿਰਾਂ ਦਾ ਇੰਤਖਾਬ ਚੌਖਾ ਸੋਹਣਾ ਹੈ। ਹਵਾਲੇ ਲਿਆ ਆਰਿਫ ਅਬਦੁਲ ਮਤੀਨ ਦਾ ਕੌਲ ਲਿਆਉਂਦੇ ਨੇ ਜੀ, ਤੇ ਇਸ ਮਜਮੂਏ ਵਿੱਚ ਆਲੇ ਦੁਆਲੇ
ਜਿਹੜਾ ਨਾ ਇਨਸਾਨ ਦਾ ਕਰਬ ਖਿਲਰੇ ਜਿਹੜੇ ਕਰਬ ਨੇ ਇਨਸਾਨ ਦੀ ਜਿਹੜੀ ਨਾਕਦਰੀ ਹੈ ਇਹਤਸਾਬ ਦੀ ਜਿਹੜੀ ਉਮੀਦ ਹੈ ਹਿੰਮਤ ਹੈ ਉਦਮ ਦੇ ਮਜ਼ਮੂਨ ਨੇ ਤੇ ਇਨੀ ਫਨੀ ਪੱਖੋਂ ਜਿਹੜਾ ਨੱਚਦਿਆਂ ਬਹਿਰਾ ਸਖਤ ਜ਼ਮੀਨਾਂ ਇੱਕ ਰਦੀਫ ਦੀਆਂ ਦੋ ਗਜ਼ਲਾਂ ਇਹ ਸਾਰਾ ਜ਼ਿਕਰ ਕੀਤਾ ਆਪਣੇ ਵਸੇਬ ਦੀਆਂ ਸੋਹਣੀਆਂ ਇਸਤਲਾਹਾਂ ਤਸ਼ਬੀਹਾਂ ਇਸਤਿਆਰੇ ਤੇ ਮਰੋਜ ਸਾਫ਼ ਜ਼ੁਬਾਨ ਦੀ ਵੀ ਵਰਤੋਂ ਕੀਤੀ ਹੈ ਤੇ ਇਹਦੇ ਬਾਰੇ ਗਜ਼ਲ ਦੇ ਮੈਦਾਨ ਵਿੱਚ ਮਾਨਯੋਗ ਇਜ਼ਾਫਾ ਕਰ ਦਿੱਤਾ ਜਾਏਗਾ ਕਰਾਰ ਦਿੱਤਾ ਠੀਕ ਹੈ ਇਹ ਸਾਰੀਆਂ ਗੱਲਾਂ ਸੇ ਮਨਜ਼ੂਰ ਵਜ਼ੀਰ ਆਬਾਦੀ ਦੀ ਕਿਉਂਕਿ ਅਸਾਂ ਇਹਨੂੰ ਪੜ੍ਹਿਆ ਨਹੀਂ ਹੈ ਇਸ ਕੋਰਸ ਵਿੱਚ ਤੇ ਸਾਨੂੰ ਥੋੜਾ ਔਕੜ ਤੇ ਹੋਏਗੀ ਤੇ ਥੋੜੀ ਥੋੜੀ ਗੱਲਾਂ ਨੇ ਜੀ ਇਹਨਾਂ ਦਾ ਇਹਦੇ ਵਿੱਚ ਚਾਰ ਪੰਜ ਗੱਲਾਂ ਨੇ ਜੀ ਰਦੀਫ ਕਾਫੀਏ ਦੀ ਗੱਲ ਕੀਤੀ ਹੈ ਉਹਨਾਂ ਦੀ ਜਿਹੜੀ ਦੋ ਕਿਤਾਬਾਂ ਦੋ ਮਜਮੂਏ ਨੇ ਵੇਲੇ ਹੱਥ ਨਹੀਂ ਆ ਤੇ ਤੂੰ ਹੀ ਚੰਨ ਉਛਾਲ ਕੋਈ ਠੀਕ ਹੈ ਤੇ ਇਹਦੇ ਵਿੱਚ ਦੂਜੇ ਮਜਮੂਏ ਦਾ ਇਹਨਾਂ ਨੇ ਵੇਰਵਾ ਕੀਤਾ ਉਹਨਾਂ ਉਹਦੇ ਬਾਰੇ ਦੱਸਿਆ ਕਿ ਜੀ ਉਹਨਾਂ ਦੀ ਬੜੀ ਨਵੇਕਲੀ ਅਸਲੂਬ ਹੈ ਕਾਫੀਏ ਦੀ ਬੰਦਿਸ਼ ਹੈ ਬਹਿਰਾਂ ਦਾ ਇਸਤੇਮਾਲ ਕੀਤਾ ਹੈ ਤੇ ਇਹਤਸਾਬ ਦੀ ਵੀ ਉਮੀਦ ਹੈ ਇਨਸਾਨ ਦੀ ਨਾਕਦਰੀ ਬਾਰੇ ਜਿਹੜੇ ਦੁੱਖ ਦਰਦ ਤੇ ਕੈਫੀਅਤਾਂ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਫਿਰ ਮੁਖਤਲਿਫ ਇਸਤਿਆਰੇ ਇਸਤੇਮਾਲ ਕੀਤੇ ਨੇ ਇਸਤਲਾਹਾਂ ਇਸਤੇਮਾਲ ਕੀਤੀਆਂ ਨੇ ਤਸ਼ਬੀਹਾਂ ਇਸਤੇਮਾਲ ਕੀਤੀਆਂ ਨੇ ਇਹ ਸਾਰੀਆਂ ਗੱਲਾਂ ਨੇ ਇਸ ਦੇ ਨਾਲ ਹੀ ਜੀ ਸਾਡਾ ਹੈ ਪੰਜਾਬੀ ਦਾ ਜਿਹੜਾ ਸ਼ਾਇਰੀ ਦਾ ਜਦੀਦ ਰੰਗ ਹੈ ਉਹ ਵੀ ਮੁੱਕ ਜਾਂਦਾ ਹੈ ਤੇ ਅਜੇ ਤੱਕ ਅਸੀਂ ਦੋ ਚੀਜ਼ਾਂ ਕਰ ਲਈਆਂ ਨੇ ਇੱਕ ਜੀ ਹੋ ਗਿਆ ਜੀ ਕਲਾਸਿਕੀ ਰੰਗ ਤੇ ਦੂਜਾ ਹੋ ਗਿਆ ਜੀ ਜਦੀਦ ਰੰਗ